अस्सलाम वालेकुम। मैं तुहाडा लकी भाई अपने हयाती चैनल तो तुहाडे नाल गल कर रहा। अज का जिहड़ा मौजू है ना, ये मौजू अक्सर घरां दे विच ना बहुत ज़्यादा ना चलदा वा कि शादी ब्याह है ना, शादी ब्याह तो बाद कहंदे साडी यार नूंह आई है ना साडे घर ना उन्हां दी मुसीबत आ गई। ते कई लोग हुंदे जिहड़े कहंदे साडे घर दे विच ना नूंह आई ते साडे घर नूं चार चांद लग गए। उन्हां दे विच फर्क हुण किन्ना हुंदा वा कि जिहड़ी कहंदे ने कि यार मनूस ही आई साडे घर मनूस आ गई आ। ਉਹਦੇ 'ਚ ਤੇ ਜਿਹੜੀ ਕਹਿੰਦੇ ਕਿ ਚਾਰ ਚੰਦ ਲੱਗ ਗਏ ਆ, ਉਹਦੇ 'ਚ ਫਰਕ ਤੇ ਉਹਨਾਂ ਦੇ ਘਰ ਦੇ ਵਿੱਚ ਆਪਣਾ ਹੁੰਦਾ। ਹੁਣ ਤੁਸੀਂ ਕਹਿੰਦੇ ਹੋਣੇ ਆਪਣਾ ਹੁੰਦਾ, ਗੱਲ ਸੁਣਨ ਵਾਲੀ ਹੈ, ਗੱਲ ਗੌਰ ਨਾਲ ਸੁਣਨ ਵਾਲੀ ਹੈ ਤੇ ਗੱਲ ਅਮਲ ਕਰਨ ਵਾਲੀ ਹੈ। ਜਿਹੜੇ ਬੰਦਿਆਂ ਨੇ ਸ਼ਾਦੀ ਵਿਆਹ ਕੀਤੇ ਹੁੰਦੇ ਆ ਨਾ ਕਿ ਚਾਚਿਆਂ ਕੋ ਲੱਖ ਰੁਪਇਆ ਫੜ ਕੇ, ਮਾਮਿਆਂ ਕੋ 2 ਲੱਖ ਰੁਪਇਆ ਫੜ ਕੇ ਤੇ ਫਲਾਣਿਆਂ ਕੋ ਆ ਫੜ ਕੇ, ਯਾਰਾਂ ਬੇਲੀਆਂ ਕੋ 50-50 40-40 ਹਜ਼ਾਰ ਫੜ ਕੇ ਵਿਆਹ ਕੀਤੇ ਹੁੰਦੇ ਆ ਨਾ ਜਿਨ੍ਹਾਂ ਨੇ, ਉਹਨਾਂ ਦੇ ਘਰ ਭਾਵੇਂ ਤੁਸੀਂ ਸ਼ਾਹੂਕਾਰ ਬੇਟੀ ਵੀ ਦਿੱਤੀ ਹੈ ਨਾ ਤੇ ਸਮਝ ਲਓ ਕਿ ਉਹਨਾਂ ਨੇ ਕਹਿਣਾ ਵਾ ਕਿ ਸਾਡੇ ਘਰ ਮਨੂਸ ਹੀ ਆਈ। ਕਿਸ ਤਰ੍ਹਾਂ ਮਨੂਸ ਆਈ ਕਹਿਣਾ ਉਹਨਾਂ ਨੇ, ਕਿਉਂਕਿ ਸ਼ਾਦੀ ਵਿਆਹ ਤਾਂ ਉਹਨਾਂ ਨੇ ਪੈਸੇ ਫੜ ਕੇ ਕਰ ਲਏ, ਮਾਮੇ ਕੋ ਫੜ ਲਏ, ਚਾਚੇ ਕੋ ਫੜ ਲਏ, ਤਾਏ ਕੋ ਫੜ ਲਏ, ਯਾਰਾਂ ਬੇਲੀਆਂ ਕੋ ਫੜ ਲਏ, ਮਕਾਨ ਨੂੰ ਰੰਗ ਸ਼ੰਗ ਕਰਾ ਲਿਆ, ਲੈਟਿੰਗ ਸ਼ੈਟਿੰਗ ਕਰ ਲਈ, ਖਾਣਾ ਅੱਛਾ ਖਵਾ ਲਿਆ, ਠੀਕ ਹੈ ਨਾ। ਉਹ ਪਗੜੀ ਆਪਣੀ ਉੱਚੀ ਰੱਖ ਲਈ ਉਹਨਾਂ ਨੇ, ਪਗੜੀ ਜਿਹੜੀ ਨਾ ਯਾਨੀ ਕਿ ਇੱਜ਼ਤ ਔਰ ਸਾਡੀ ਇੱਜ਼ਤ। ਇਹ ਕਿਹੜਾ ਰੋਜ਼ ਮੌਕਾ ਹੋਣਾ, ਇੱਦਾਂ ਹੀ ਕਰਦੇ ਰਹਿੰਦੇ ਆ ਅਕਸਰ। ਮੈਂ ਦੇਖਿਆ ਘਰ ਇੱਦਾਂ ਹੀ ਕਰਦੇ, ਇਹ ਕਿਹੜਾ ਰੋਜ਼ ਮੌਕਾ ਹੋਣਾ, ਮਹਿੰਦੀ ਜੀ ਇੱਦਾਂ ਹੋਣੀ ਚਾਹੀਦੀ ਆ, ਮਹਿੰਦੀ ਤੇ ਫਲਾਣਾ ਹੋਣਾ ਚਾਹੀਦਾ, ਮਹਿੰਦੀ ਤੇ ਇੱਦਾਂ ਹੋਣਾ ਚਾਹੀਦਾ। ਉਹ ਕਰ ਤੇ ਲੈਂਦੇ ਸਾਰਾ ਕੁਛ। ਜਦੋਂ ਵਿਆਹ ਕੇ ਘਰ ਆ ਜਾਂਦੀ ਆ, ਨੂੰਹ ਆ ਜਾਂਦੀ ਆ ਤਾਂ ਮੁੜ ਕੇ ਹੁਣ ਪੈਸੇ ਦੇਣੇ ਹੁੰਦੇ ਆ। ਜੇ ਅਗਰ ਕਿ ਉਹ ਇੰਨੇ ਜੋਗੇ ਹੋਣ, ਇੰਨੇ ਜੋਗਾ ਉਹ ਘਰ ਹੋਵੇ ਤੇ ਚਾਚੇ ਤਾਇਆ ਮਾਸੀਆਂ ਫੁੱਫੀਆਂ ਕੋਲੋਂ ਪੈਸੇ ਕਿਉਂ ਫੜਨ ਧਾਰੇ? ਯਾਨੀ ਕਿ ਉਹਨਾਂ 'ਚ ਇੰਨੀ ਕਪੈਸਿਟੀ ਨਹੀਂ ਹੁੰਦੀ ਕਿ ਉਹਨਾਂ ਨੇ ਪੈਸੇ ਫੜ ਕੇ ਨਾ ਲਿਆਂਦੇ ਹੁੰਦੇ ਆ। ਵਿਆਹ ਤੋਂ ਕਰ ਲੈਂਦੇ ਆ, ਗੱਡੀਆਂ ਵੀ ਚੰਗੀਆਂ ਕਰਾ ਲੈਂਦੇ ਆ, ਸਭ ਕੁਝ ਚੰਗਾ ਕਰ ਲੈਂਦੇ ਆ, ਵੇਲਾਂ ਵੀ ਪੈਸੇ ਵੀ ਵਾਹਵਾ ਸੁੱਟ ਲੈਂਦੇ। ਗੱਲ ਸੁਣਨ ਵਾਲੀ ਆ, ਗੱਲ ਗੌਰ ਨਾਲ ਸੁਣਨ ਵਾਲੀ ਆ। ਗੱਲ ਸੁਣੋਗੇ ਤੇ ਸ਼ਾਇਦ ਤੁਹਾਡੇ ਵੀ ਕਿਸੇ ਖਾਨੇ 'ਚ, ਅਕਲ ਦੇ ਖਾਨੇ 'ਚ ਕਿਸੇ 'ਚ ਆ ਜਾਏ। ਜਦੋਂ ਉਹ ਮਤਲਬ ਕਿ ਨੂੰਹ ਆ ਜਾਂਦੀ ਆ ਤੇ ਮੁੜ ਕੇ ਜਦੋਂ ਕਮਾਈ ਆਉਂਦੀ ਹੈ ਨਾ ਘਰ ਦੇ ਵਿੱਚ, ਕਮਾਈ ਆਉਣੀ ਆ ਚਾਹੇ ਬਾਪ ਦੀ ਭਰਾਵਾਂ ਦੀ ਜਿਹੜੇ ਵੀ ਕਮਾਈ ਆਉਣੀ ਆ, ਤੇ ਉਹਦੇ ਵਿੱਚੋਂ 70% ਹਿੱਸਾ ਜਿਹੜਾ ਨਾ ਉਹ ਕਰਜ਼ੇ ਵਾਲਿਆਂ ਨੂੰ ਜਾਣਾ। ਪਿੱਛੇ ਰਹਿਣਾ 30% ਹਿੱਸਾ। 30% ਦੇ ਵਿੱਚੋਂ ਘਰ ਦਾ ਗੁਜ਼ਾਰਾ ਹੀ ਮੁਸ਼ਕਲ ਹੋਣਾ। ਜੇ ਉਹਨੇ ਕਹਿਤਾ ਮੈਂ ਮਾਪਿਆਂ ਦੇ ਜਾਣਾ, ਜ਼ਾਰੀ ਗੱਲ ਉੱਥੇ ਵੀ ਖਰਚਾ ਹੋਣਾ, ਜ਼ਾਰੀ ਗੱਲ ਆ। ਪੈਟਰੋਲ ਵੀ ਲੱਗਣ ਦਾ ਜਾਣਦਾ ਵੀ ਜਾਣਾ ਵੀ ਆ, ਖੁਸ਼ੀ ਹੋਣਾ ਤੇ ਉਹਨਾਂ ਕਹਿਣਾ ਲਓ ਜੀ ਇੱਧਰ ਨੂੰ ਗਏ ਤੇ ਆਹ ਖਰਚਾ ਹੋ ਗਿਆ। ਘਰ ਦੇ ਨੇ ਆਪਸ 'ਚ ਨਾ ਕਿਸੂ ਬਿਸੂ ਕਰੀ ਜਾਣਾ, ਕਿਸਕੂ ਬਿਸਕੂ ਆਪਸ 'ਚ, ਕਿ ਜਾਵੇ ਨਾ, ਇੰਝ ਨਾ ਹੋਵੇ, ਉਂਝ ਨਾ ਹੋਵੇ। ਉਹ ਪਾਬੰਦੀਆਂ ਸਾਰੀਆਂ ਉਸ ਨੂੰਹ ਜਿਹੜੀ ਲੈਂਦੀ ਨਾ ਉਹਦੇ ਤੇ ਹੀ ਆ ਜਾਂਦੀਆਂ ਕਿ ਲਓ ਜੀ ਸਾਡੇ ਘਰ ਮਨੂਸ ਆਈ ਆ, ਸਾਡੇ ਘਰ ਰੁਪਈਆ ਟਿਕਦਾ ਹੀ ਨਹੀਂ। ਜਦੋਂ ਟਿਕਣਾ ਘਟਾ ਤੁਹਾਡੇ ਕੋਲ ਰੁਪਈਆ, ਟਿਕਣਾ ਤਾਂ ਤਦ ਵਾ ਕਿ ਜਿਵੇਂ ਤੁਸੀਂ ਪਹਿਲੇ ਕਰਜ਼ਾ ਨਾ ਚੁੱਕਿਆ ਹੋਵੇ। ਕਰਜ਼ਾ ਤੁਸੀਂ ਚੁੱਕ ਲੈਣਾ ਆਪਣੀ ਪਹੁੰਚ ਤੋਂ ਵੀ ਜ਼ਿਆਦਾ, ਜਿਹੜਾ ਲੋਨ ਤੇ ਵੀ ਮੁੜ ਕੇ 5-5 ਸਾਲ 4-4 ਸਾਲ ਲੱਗ ਜਾਂਦੇ, ਠੀਕ ਹੈ ਨਾ। ਤੇ ਮੁੜ ਕੇ ਬਾਅਦ 'ਚ ਕਹਿਣਾ ਜੀ ਸਾਡੀ ਨੂੰਹ ਜਿਹੜੀ ਨਾ ਮਨੂਸ ਆਈ ਆ, ਸਾਡੇ ਘਰ ਨਾਲ ਇਹ ਮਨੂਸ ਹੀ ਆ ਗਈ, ਸਾਡੇ ਘਰ ਪੈਸੇ ਬਰਕਤ ਖਤਮ ਹੋ ਗਈ, ਸਾਡੇ ਘਰ ਅਸੀਂ ਤਾਂ ਰੋਟੀ ਤੋਂ ਤੰਗ ਹੋ ਗਏ, ਅਸੀਂ ਜੀ ਐਸੀ ਤੋਂ ਤੰਗ। ਉਹਨੇ ਤੁਹਾਨੂੰ ਕਿਹਾ ਤਾਂ ਨਹੀਂ ਨਾ ਕਿ ਤੁਸੀਂ ਆ ਫਲਾਨੀ ਗੱਡੀ ਲੈ ਕੇ ਆਇਓ ਮੈਨੂੰ ਲੈਣ ਵਾਸਤੇ, ਫਲਾਣੇ ਯਾਰ ਬੇਲੀ ਇੰਨੇ ਲੈ ਕੇ ਆਇਓ, ਜਾਂ ਇੰਨਾ ਤੁਸੀਂ ਆ ਖੁਸਰੇ ਨੂੰ ਚਾਹਿਓ, ਠੀਕ ਆ ਨਾ, ਜਾਂ ਤੁਸੀਂ ਆਹ ਕਰਾਇਓ ਹੈ। ਉਹਨੇ ਤਾਂ ਨਹੀਂ ਕਿਹਾ। ਉਹ ਤਾਂ ਇੱਕ ਜ਼ਿੰਦਗੀ ਕੱਢਣ ਵਾਸਤੇ ਤੁਹਾਡੇ ਕੋਲ ਆ ਰਹੀ ਹੈ। ਤੁਸੀਂ ਆਪਣੀ ਪਹੁੰਚ ਦੇ ਮੁਤਾਬਕ, ਅਗਰ ਤੁਹਾਡੇ 'ਚ ਇੰਨੀ ਅਸਲੀ ਹੈ ਕਿ ਤੁਸੀਂ 1 ਮਹੀਨੇ ਦੇ ਵਿੱਚ ਕਰਜ਼ਾ ਉਹ ਲਾ ਸਕਦੇ ਆ ਤੇ ਕਰਜ਼ਾ ਚੁੱਕ ਲਓ, ਠੀਕ ਆ ਨਾ। ਕਰਜ਼ਾ ਚੁੱਕ ਲਓ, 1 ਮਹੀਨੇ 'ਚ ਕਵਰ ਕਰੋ, ਅਗਲੇ ਮਹੀਨੇ ਤੋਂ ਤੁਹਾਡੇ ਘਰ ਖੁਸ਼ਹਾਲੀ। ਹੁਣ ਤੁਸੀਂ ਮਹੀਨੇ ਦਾ ਕਮਾਉਂਦੇ ਹੋਗੇ 50,000 ਰੁਪਇਆ, ਕਰਜ਼ਾ ਹੋਵੇ ਤੁਹਾਡੇ ਤੇ 5 ਲੱਖ ਰੁਪਈਆ, ਤੇ 50,000 ਦੇ ਵਿੱਚ ਤੁਸੀਂ ਹੁਣ 50,000 ਘਰ ਦਾ ਖਰਚਾ ਤੁਹਾਡਾ 30,000 ਆ, ਤੇ ਬਾਕੀ ਵਿੱਚ 20,000 ਦੇ ਨਾਲ ਲਾਉਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਕਿੰਨੇ ਸਾਲ ਲੱਗ ਜਾਣੇ? 5 ਲੱਖ ਰੁਪਈਆ। ਮੈਂ ਨਹੀਂ ਰੱਖਦਾ ਇੱਕ ਪੈਸੇ ਲਾਉਣੇ, ਉਹ ਲੱਥਣੇ ਨਹੀਂ। ਫਿਰ ਮੁੜ ਕੇ ਲੋਕਾਂ ਨੇ ਕਹਿਣਾ ਜੀ ਸਾਡੇ ਘਰ ਨੂੰਹ ਹੀ ਮਨੂਸ ਆਈ ਆ। ਜਦੋਂ ਉਹਨੂੰ ਖਰਚਾ ਵਿਚਾਰੀ ਨੂੰ ਮਿਲਣਾ, ਉਹਨੂੰ ਤਾਨੇ ਮਿਲਣੇ, ਤੇ ਘਰ 'ਚ ਲੜਾਈਆਂ ਸ਼ੁਰੂ। ਹੁਣ ਇਹਦਾ ਹੀ ਮੁਤਬਾਦਲ ਦੂਸਰਾ, ਜਿਹੜੇ ਲੋਕ ਕਹਿੰਦੇ ਕਿ ਸਾਡੇ ਘਰ ਚਾਰ ਚੰਦ ਲਾਤੇ ਨੇ, ਉਹ ਲੋਕ ਹੁੰਦੇ ਆ ਜਿਹੜੇ ਲੋਕਾਂ ਨੇ ਨਾ ਆਪਣੀ ਸ਼ਾਦੀ ਆਪਣੀ ਹਸੀਅਤ ਦੇ ਮੁਤਾਬਕ ਕੀਤੀ ਹੁੰਦੀ। ਹਸੀਅਤ ਮੁਤਾਬਕ ਉਹਨਾਂ ਨੇ ਯਾਰ ਬੇਲੀ ਬਹੁਤੇ ਨਹੀਂ ਇਕੱਠੇ ਕੀਤੇ ਹੁੰਦੇ, ਇਕੱਠੇ ਕੀਤੇ ਵੀ ਮੁਨਾਸਬ ਜਿਹੇ ਕੀਤੇ। ਉਹਨਾਂ ਘਰ ਦੇ ਡੈਂਟਿੰਗ ਦੇ ਉੱਤੇ ਨਾ ਲੱਖਾਂ ਰੁਪਈਆ ਨਹੀਂ ਲਾਇਆ, ਉਹਨਾਂ ਗੱਡੀਆਂ ਤੇ ਬਹੁਤ ਰੁਪਈਏ ਨਹੀਂ ਲਾਏ, ਯਾਨੀ ਕਿ ਉਹਨਾਂ ਨੇ ਕਰਜ਼ਾ ਬਹੁਤ ਚੁੱਕਿਆ ਨਹੀਂ, ਨਾ ਮਾਸਿਆਂ ਕੋਲ, ਨਾ ਫੁੱਫੀਆਂ ਕੋਲ, ਨਾ ਚਾਚੀਆਂ ਕੋਲ, ਨਾ ਤਾਇਆਂ ਕੋਲ, ਕਿਸੇ ਕੋਲ ਕਰਜ਼ਾ ਨਹੀਂ ਚੁੱਕਿਆ। ਮੁਨਾਸਬ ਜਿਹਾ ਕਰਜ਼ਾ ਚੁੱਕਿਆ ਉਹਨਾਂ ਨੇ, ਉਹ ਕੀਤਾ। ਮੁੜ ਕੇ ਪੈਸੇ ਥੋੜੇ ਬਹੁਤੇ ਹੋਏ ਤੇ ਉਹਨਾਂ ਨੇ ਲਾ ਕੇ ਉਹਨਾਂ ਦਾ ਬੈਲੈਂਸ ਹੋ ਗਏ, ਯਾਨੀ ਕਿ ਬੈਲੈਂਸ ਆ ਗਏ।
ਉਹ ਬੈਲੈਂਸ ਆ ਗਏ ਤੇ ਉਹ ਹੁਣ ਧੀ ਜਿਹੜੀ ਆਈ ਆ ਘਰ ਵਿੱਚ, ਨੌਂ ਜਿਹਨੂੰ ਕਹਿੰਦੇ ਆ, ਆਈ ਆ ਤੇ ਹੁਣ ਖਰਚਾ ਘਰ ਦੇ ਵਿੱਚ ਪੂਰਾ ਖਰਚਾ ਆ ਰਿਹਾ ਉਦਾਂ ਹੀ ਜਿੱਦਾਂ ਪਹਿਲੇ ਚੱਲ ਰਿਹਾ ਉਦਾਂ ਹੀ, ਠੀਕ ਹੈ ਨਾ। ਤੇ ਉਹ ਹਰ ਇੱਕ ਨੇ ਕਹਿਣਾ ਕਿ ਲਓ ਜੀ ਇਹ ਨਿਜ਼ਾਮ ਸਾਡੇ ਨਾਲ ਸਹੀ ਆ, ਸਾਡੀ ਨੌਂ ਬਹੁਤ ਚੰਗੀ ਆ, ਸਾਡੀ ਇੰਜ ਆ, ਸਾਡੇ ਘਰ ਨੂੰ ਚਾਰ ਚੰਦ ਲੱਗ ਗਏ। ਤੇ ਜਦੋਂ ਉਹਦਾ ਹੀ ਮਤਬਾਦਲ ਜਿਹੜਾ ਦੂਸਰਾ ਘਰ ਆ ਜਿਹਨੇ ਕਰਜ਼ੇ ਚੁੱਕੇ, ਉਹਨੇ ਕਰਜ਼ੇ ਲਾਉਣੇ ਤੇ ਘਰ ਖਰਚੇ ਪੂਰੇ ਕਰਨੇ, ਨਾ ਚਾਅ ਲਾੜ ਪੂਰੇ ਹੋਣੇ ਬਾਅਦ ਚ ਵਕਤੀ ਤੌਰ। ਉਹ 4 ਦਿਨ ਜਿਹੜੇ ਸ਼ਾਦੀ ਦੇ, ਮਹਿੰਦੀ ਤੇ ਵਲੀਮਾ ਤੇ ਉਹਨਾਂ ਚੀਜ਼ਾਂ ਦੇ ਤੇ ਉਹਨਾਂ ਨੇ ਤੁੰਨ ਕੇ ਲਾ ਲਿਆ ਰੁਪਈਆ, ਉੱਥੇ ਤਾਂ ਉਹਨਾਂ ਨੇ ਬੱਲੇ ਬੱਲੇ ਕਰਾ ਲਈ। ਲੇਕਿਨ ਬਾਅਦ ਚ ਜਿਹੜਾ ਨਾ ਉਹ ਲਾਉਣੇ ਵਾਸਤੇ ਲੜਾਈਆਂ ਝਗੜੇ ਕਿ ਤੂੰ ਲਾ, ਤੂੰ ਦੇ, ਉਹਨੂੰ ਦੇ ਪਹਿਲੇ, ਉਹ ਜੀ ਉਹ ਨਾਈਆਂ ਦੇ ਪੈਸੇ ਰਹਿੰਦੇ ਜੀ, ਉਹ ਜੀ ਫਲਾਨਿਆਂ ਦੇ ਪੈਸੇ ਰਹਿੰਦੇ ਜੀ, ਉਹ ਚਾਚੇ ਕੋਈ ਇੰਨੇ ਫੜੇ ਹੁੰਦੇ ਨੇ, ਘਰ 'ਚ ਲੜਾਈਆਂ ਝਗੜੇ, ਠੀਕ ਹੈ। ਇਸ ਵਾਸਤੇ ਸ਼ਾਦੀ ਵਿਆਹ ਕਰਨ ਲੱਗੇ ਉਨੇ ਕੇ ਹਿਸਾਬ ਨਾਲ ਚੱਲੋ ਜਿਹੜੇ ਨਾ ਤੁਹਾਡੇ ਮੁਨਾਸਬ ਰਹਿ ਗਏ, ਨਾ ਕਿ ਤੁਹਾਨੂੰ ਕੱਲ ਨੂੰ ਆਉਣ ਵਾਲਾ ਵਕਤ ਜਿਹੜਾ ਨਾ ਕਿ ਉਹ 4 ਸਾਲ ਤੁਹਾਨੂੰ ਉਹਨੂੰ ਹੀ ਲਾਉਂਦੇ ਰੱਖ ਜੇ, ਫਿਰ ਜੀ ਉਹ ਕੁੜੀ ਦਾ ਜ਼ੇਵਰ ਵੇਚ ਦੇਣਾ। ਲੜਾਈਆਂ ਸ਼ੁਰੂ ਉੱਥੇ ਹੀ, ਕੁੜੀ ਦਾ ਜ਼ੇਵਰ ਵੇਚ ਕੇ ਕਰਜ਼ੇ ਲਾਉਣੇ, ਠੀਕ ਹੈ ਨਾ। ਕੁੜੀ ਨੇ ਕਹਿਣਾ ਮੇਰੇ ਮਾਪਿਆਂ ਨੇ ਪਾਇਆ, ਉੱਥੋਂ ਆਣ ਕੇ ਗੱਲ ਵੱਧ ਜਾਣੀ, ਅਕਸਰ ਉੱਥੇ ਆਣ ਕੇ ਲੜਾਈਆਂ ਸ਼ੁਰੂ। ਮੈਂ ਇਕੱਲਾ ਨਹੀਂ ਆਪਣਾ ਕਹਿ ਰਿਹਾ, ਤੁਸੀਂ ਵੀ ਆਪਣੇ ਖਾਨਦਾਨ 'ਚ ਇਸ ਚੀਜ਼ ਦੇ ਨਜ਼ਰ ਮਾਰੋ, ਦੇਖੋ ਕਿ ਇਹ ਕੰਮ ਹੋਏ ਕਿ ਨਹੀਂ ਹੋਏ। ਕੁੜੀ ਦੇ ਜ਼ੇਵਰ ਤੋਂ ਲੜਾਈ, ਕੁੜੀ ਨੇ ਕਹਿਣਾ ਮੈਂ ਜ਼ੇਵਰ ਨਹੀਂ ਦੇਣਾ, ਮੇਰੇ ਮਾਪਿਆਂ ਨੇ ਦਿੱਤਾ। ਉਹਨੇ ਕਹਿਣਾ ਲੈ ਜੀ ਤੂੰ ਆ ਗਈ ਆ ਤੇ ਤੇਰਾ ਹੀ ਆ, ਤੂੰ ਆ ਕਰਜ਼ਾ ਤੂੰ ਹੀ ਲਾਉਣਾ। ਓਏ ਉਹਨੇ ਕਿਹਾ ਵਾ ਤੁਹਾਨੂੰ, ਉਹਨੇ ਤੁਹਾਨੂੰ ਤਾਂ ਨਹੀਂ ਕਿਹਾ ਕਿ ਤੁਸੀਂ ਭਾਈ 15 ਡਿਸ਼ਾਂ ਕਰੋਗੇ ਤੇ ਫੇਰ ਮੈਂ ਵਿਆਹ ਕੇ ਆਉਣਾ। ਉਹ 'ਚ ਕੁੜੀ ਦਾ ਕਸੂਰ ਤਾਂ ਨਹੀਂ ਹੁੰਦਾ, ਕਸੂਰ ਸਾਡਾ ਆਪਣਾ ਹੁੰਦਾ। ਅਸੀਂ ਲੋਕ ਆਪ ਪਹਿਲੇ ਸੋਚ ਕੇ ਬੈਠੇ ਉਹ ਫਲਾਣੀ ਚੀਜ਼ ਤੋਂ ਏਦਾਂ ਲਾ ਲਾ ਕਰਜ਼ਾ, ਉਹ ਮੁੜ ਕੇ ਪਲੈਨਿੰਗ ਪੂਰੀ ਨਹੀਂ ਬਣਦੀ। ਇਸ ਵਾਸਤੇ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖੋ ਕਿ ਕੱਲ ਨੂੰ ਤੁਹਾਡੀ ਧੀ ਵੀ ਅਗਰ ਕਿਸੇ ਘਰ ਜਾਂਦੀ ਆ, ਉਹਦਾ ਜ਼ੇਵਰ ਲੈ ਕੇ ਉਹ ਵੇਚਣ ਤੇ ਤੁਹਾਨੂੰ ਦੁੱਖ ਹੋਣਾ ਹੁੰਦਾ ਨਾ, ਦੁੱਖ। ਇਸੇ ਤਰ੍ਹਾਂ ਦੂਸਰਿਆਂ ਨੂੰ ਸਮਝੋ ਕਿ ਦੂਸਰੇ ਦੇ ਜਿਹੜੇ ਪਤਾ ਨਹੀਂ ਕਿੱਦਾਂ ਉਹਨਾਂ ਨੇ ਰੁਪਈਏ ਜੋੜ ਕੇ ਕੀਤੇ ਆ, ਮੁੜ ਕੇ ਫਿਰ ਜਾਂ ਫਿਰ ਏਦਾਂ ਹੋਊਗਾ ਕੁੜੀ ਨੂੰ ਕਰ ਦੇਣਗੇ ਲੈਦਾ। ਉਹ ਕੁੜੀ ਜਿਹੜੀ ਆਈ ਨਾ ਉਹਨੂੰ ਕਹਿਣਾ ਲੈਦਾ ਨਿਕਲ ਜਾ, ਵੀ ਸਾਡੇ ਘਰੋਂ ਨਿਕਲ ਜਾ, ਆ ਕਰਜ਼ਾ ਤੇਰੇ ਸਿਰ ਆ, ਤੇਰਾ ਵਾ ਕਰਜ਼ਾ, ਤੂੰ ਕਰਜ਼ਾ ਲਾਉਣਾ। ਉਹਨੇ ਕਰਜ਼ਾ ਕਿੱਥੋਂ ਲਾਉਣਾ ਯਾਰ, ਉਹਨੇ ਕਰਜ਼ਾ ਕਾਹਦੇ ਵਾਸਤੇ, ਉਹਨੇ ਕਰਜ਼ਾ ਉਹਦੇ ਵਿਆਹ ਤੇ ਕਰਜ਼ਾ ਆਇਆ। ਉਹਨੇ ਕਿਹਾ ਕਿ ਤੁਸੀਂ 500 ਬੰਦਾ ਬੁਲਾਓ, ਤੁਸੀਂ 30 ਬੰਦੇ ਬੁਲਾ ਲਓ, 20 ਬੁਲਾ ਲਓ, 10-15 ਬੁਲਾ ਲਓ, ਤੁਹਾਨੂੰ ਜ਼ਰੂਰਤ ਨਹੀਂ ਕਿ ਅਗਲੇ ਬੰਦੇ ਕਹਿੰਦੇ ਕਿ ਤੁਸੀਂ 500 ਦੀ ਬਰਾਤ ਲੈ ਕੇ ਆਓਗੇ ਤੇ ਫਿਰ ਅਸੀਂ ਕੁੜੀ ਤੋਰਨੀ। ਕੋਈ ਵੀ ਨਹੀਂ ਏਦਾਂ ਕਹਿੰਦਾ। ਅਕਸਰ ਸ਼ਾਦੀ ਵਿਆਹ ਖਰਾਬ ਉਹੀ ਹੋਇਆ ਜਿਨ੍ਹਾਂ ਨੇ ਕਰਜ਼ੇ ਫੜ ਕੇ ਉਧਾਰ ਲੈ ਕੇ ਕੰਮ ਕੀਤੇ, ਮੁੜ ਕੇ ਬਾਅਦ 'ਚ ਉਹਨਾਂ ਦੇ ਆਪਸ 'ਚ ਨਹੀਂ ਬਣਦੀ। ਤੇ ਸਿਆਣਿਆਂ ਦੀ ਪੰਜਾਬੀ ਦੀ ਬੜੀ ਵੱਡੀ ਕਹਾਵਤ ਆ ਕਿ ਭੁੱਖ ਕਾਦੀ, ਭੁੱਖ ਲੜਾਈ ਨਹੀਂ, ਲੜਾਈ ਕਾਦੀ, ਲੜਾਈ ਭੁੱਖ ਦੀ। ਜਦੋਂ ਘਰ 'ਚ ਭੁੱਖ ਨੱਚਣੀ ਆ, ਲੜਾਈ ਫੇਰ ਹੀ ਹੋਣੀ ਆ। ਇਸ ਵਾਸਤੇ ਇਸ ਮੌਜੂ ਨੂੰ ਅਗਰ ਹੋ ਸਕੇ ਤੇ ਜ਼ਰੂਰ ਦੂਸਰਿਆਂ ਨੂੰ ਦੱਸੋ, ਦੂਸਰਿਆਂ ਨੂੰ ਅਗਾਹ ਕਰੋ, ਵੀਡੀਓ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗੇ। ਬਾਕੀ ਦੁਆਵਾਂ 'ਚ ਮੈਨੂੰ ਯਾਦ ਰੱਖਿਓ। ਬੜੀ ਮਿਹਰਬਾਨੀ। ਅੱਲਾ ਹਾਫਿਜ਼।